TVN ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਅਦਬ ਸਹਿਤ ਸਤਿ ਸ਼੍ਰੀ ਅਕਾਲ। ਦਾ ਬੈਨੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਆਓ ਦੋਸਤੋ, ਕੁਝ ਅਹਿਮ ਖਬਰਾਂ, ਕੁਝ ਅਹਿਮ ਘਟਨਾਵਾਂ ਦੇ ਉੱਤੇ ਵਿਚਾਰ ਚਰਚਾ ਕਰੀਏ। ਰਾਸ਼ਟਰਪਤੀ ਪੁਤਨ ਨੇ ਆਖਿਆ, ਜੇਕਰ ਯੂਕਰੇਨ ਨੂੰ ਬਚਾਉਣਾ ਤਾਂ ਫੌਜ ਸਰਕਾਰ ਦਾ ਤਖਤਾ ਪਲਟੇ। ਮਜੀਠੀਆ ਨੂੰ ਅਦਾਲਤ ਦਾ ਝਟਕਾ ਤੇ ਪਹਿਲੀ ਰਾਤ ਕਿਵੇਂ ਬਿਤਾਈ, ਕਰਾਂਗੇ ਗੱਲਬਾਤ। ਡੇਰਾ ਮੁਖੀ ਦੀ ਫਰਲੋ ਤੇ ਅਦਾਲਤ ਨੇ ਫੈਸਲਾ ਰੱਖਿਆ ਸੁਰੱਖਿਅਤ। ਭੁਪਿੰਦਰ ਹਨੀ ਦੀ ਨਿਆਇਕ ਹਿਰਾਸਤ ਵਿੱਚ ਕੀਤਾ ਗਿਆ ਹੋਰ ਵਾਧਾ ਅਤੇ ਰੀਨਾ ਰਾਏ ਨੇ ਹਾਦਸੇ ਵਾਲੇ ਦਿਨ ਦੀ ਦੱਸੀ ਪੂਰੀ ਕਹਾਣੀ। ਦੋਸਤੋ, ਇਹ ਕੁਝ ਜਾਣਕਾਰੀਆਂ ਆਪਣੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਰਹਿਣਗੀਆਂ। ਇਹਦੇ ਤੋਂ ਪਹਿਲਾਂ ਕਿ ਇਹਨਾਂ ਨੂੰ ਵਿਸਥਾਰ ਦੇ ਨਾਲ ਵਿਚਾਰਾਂ, ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਦੂਸਰੀ ਬੇਨਤੀ ਇਹ, ਪ੍ਰੋਗਰਾਮ ਦੇਖਣ ਸੁਣਨ ਤੋਂ ਬਾਅਦ ਜੇਕਰ ਚੰਗਾ ਲੱਗਿਆ ਤਾਂ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ, ਤੁਹਾਡੇ ਧੰਨਵਾਦੀ ਹੋਵਾਂਗੇ। ਆਓ ਹੁਣ ਇਹਨਾਂ ਨੂੰ ਵਿਸਥਾਰ ਨਾਲ ਵਿਚਾਰੀਏ। ਸਭ ਤੋਂ ਪਹਿਲਾਂ ਦੁਨੀਆ ਦੀਆਂ ਨਜ਼ਰਾਂ ਟਿਕੀਆਂ ਨੇ ਰੂਸ ਅਤੇ ਯੂਕਰੇਨ ਵਾਲੇ ਪਾਸੇ। ਰੂਸ ਨੇ ਯੂਕਰੇਨ ਤੇ ਦੂਸਰੇ ਦਿਨ ਵੀ ਹਮਲੇ ਜਾਰੀ ਰੱਖੇ। ਦਿਨ ਰਾਤ ਦੇ ਹਮਲੇ ਜਾਰੀ, ਕਾੜ ਦੀਆਂ ਆਵਾਜ਼ਾਂ ਸੁਣ ਰਹੀਆਂ ਨੇ ਔਰ ਹੌਸਲੇ ਬੜੇ ਬੁਲੰਦ ਹੈ। ਉੱਥੋਂ ਦਾ ਇੱਕ ਨੌਜਵਾਨ ਅਤੇ ਮੁਟਿਆਰ, ਇੱਕ ਪਾਸੇ ਸਾਇਰਨ ਵੱਜ ਰਹੇ ਸੀ, ਇੱਕ ਪਾਸੇ ਬੰਬਾਰੀ ਹੋ ਰਹੀ ਸੀ, ਪਰ ਉਹ ਆਪਣਾ ਦੋਵੇਂ ਜਣੇ ਵਿਆਹ ਕਰਵਾ ਰਹੇ ਸੀ। ਵਿਆਹ ਕਰਵਾ ਕੇ ਜਦੋਂ ਬਾਹਰ ਨਿਕਲੇ, ਉਹਨਾਂ ਨੂੰ ਪੁੱਛਿਆ ਗਿਆ ਕਿ ਇਹ ਅਜੀਬ ਦਾਸਤਾਂ ਕਿਉਂ। ਉਹ ਕਹਿੰਦੇ, ਅਸੀਂ ਜਿਉਣ ਮਰਨ ਦੀਆਂ ਕਸਮਾਂ ਖਾਧੀਆਂ ਹੋਈਆਂ ਸੀ ਤੇ ਅਸੀਂ ਪਹਿਲਾਂ ਉਹ ਕਸਮਾਂ ਕਿਤੇ ਅਧਵਾਟੇ ਨਾ ਰਹਿ ਜਾਣ। ਅਸੀਂ ਇੱਕ ਦੂਸਰੇ ਦੇ ਹੋ ਗਏ ਹਾਂ ਤੇ ਚਰਚ ਦੇ ਵਿੱਚੋਂ ਹੁਣ ਅਸੀਂ ਆਪਣੇ ਘਰ ਨਹੀਂ ਜਾਣਾ। ਹੁਣ ਅਸੀਂ ਆਪਣੇ ਮੁਲਕ ਵਾਸਤੇ ਲੜ ਕੇ ਮਰ ਸਕਦੇ ਹਾਂ, ਪਰ ਦਿਲ ਵਿੱਚ ਕੋਈ ਗਿਲਾ ਨਹੀਂ ਰਹੂਗਾ ਕਿ ਅਸੀਂ ਆਪਸ 'ਚ ਵਿਆਹ ਨਾ ਕਰ ਸਕੇ। ਅਤੇ ਇਹ ਵੀ ਨਹੀਂ ਕਿ ਹੁਣ ਅਸੀਂ ਵਿਆਹ ਕਰਵਾ ਲਿਆ ਕਿ ਹੁਣ ਅਸੀਂ ਆਪਣੇ ਮੁਲਕ ਪ੍ਰਤੀ ਸਾਡੇ ਕੀ ਫਰਜ਼ ਨੇ ਉਹਨਾਂ ਦੀ ਪੂਰਤੀ ਨਹੀਂ ਕਰਾਂਗੇ। ਦੇਸ਼ ਭਗਤ ਦੀ ਮਿਸਾਲ ਉਹਨਾਂ ਨੇ ਪੈਦਾ ਕੀਤੀ। ਪਰ ਧਮਾਕੇ ਲਗਾਤਾਰ ਸੁਣਾਈ ਦਿੱਤੇ। ਬੰਬਾਰੀ ਦੀ ਆਵਾਜ਼ ਲੋਕਾਂ ਦੇ ਕੰਨਾਂ 'ਚ ਗੂੰਜਦੀ ਰਹੀ। ਹਜ਼ਾਰਾਂ ਹੀ ਲੋਕ ਸੀ ਜਿਨ੍ਹਾਂ ਨੇ ਰਾਤ ਸਾਬੇ ਅਤੇ ਅੰਡਰਗਰਾਊਂਡ ਬੰਕਰਾਂ ਦੇ ਵਿੱਚ ਗੁਜ਼ਾਰੀ ਹੈ। ਖਾਣ ਪੀਣ ਦੀਆਂ ਵਸਤਾਂ ਮੁੱਕ ਰਹੀਆਂ ਨੇ। ਪੀਣ ਵਾਲੇ ਪਾਣੀ ਦੀ ਲਗਾਤਾਰ ਕਮੀ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈ ਰਿਹਾ। ਹਾਲਾਂਕਿ 2 ਹੀ ਦਿਨ ਹੋਇਆ ਜੰਗ ਚੱਲੀ ਨੂੰ। ਚੱਲ ਰਹੀ ਇਸੇ ਜੰਗ ਦੇ ਦਰਮਿਆਨ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਨ ਨੇ ਦੇਸ਼ ਨੂੰ ਸੰਬੋਧਨ ਕੀਤਾ। ਉਹਨਾਂ ਦੇਸ਼ ਨੂੰ ਆਖਿਆ ਕਿ ਸਾਡੀ ਰਣਨੀਤੀ ਅਤੇ ਇਰਾਦੇ ਬਿਲਕੁਲ ਸਾਫ਼ ਨੇ। ਉਹਨਾਂ ਆਖਿਆ ਕਿ ਯੂਕਰੇਨ ਦੀ ਫੌਜ ਤੁਰੰਤ ਆਤਮ ਸਮਰਪਣ ਕਰ ਦੇਵੇ, ਕਿਉਂਕਿ ਯੂਕਰੇਨ ਦੀ ਸਰਕਾਰ ਨੇ ਉੱਥੋਂ ਦੇ ਸਮੁੱਚੇ ਲੋਕਾਂ ਨੂੰ ਦਰਅਸਲ ਕਹਿੰਦੇ ਬੰਦੀ ਬਣਾਇਆ ਹੋਇਆ ਤੇ ਮੈਂ ਆਜ਼ਾਦ ਕਰਾਉਣੇ ਚਾਹੁੰਦਾ। ਉਹਨਾਂ ਆਖਿਆ ਕਿ ਰਾਸ਼ਟਰਪਤੀ ਜ਼ੈਲੈਂਸਕੀ ਦੀ ਸਰਕਾਰ ਡਰੱਗ ਅਡਿਕਟਡ ਹੈ ਅਤੇ ਨਾਜ਼ੀਆਂ ਦਾ ਦਰਅਸਲ ਕਹਿੰਦੇ ਉੱਥੋਂ ਦੀ ਸਰਕਾਰ ਗਰੁੱਪ ਹੈ, ਜਿਸ ਕਰਕੇ ਯੂਕਰੇਨ ਦੀ ਫੌਜ ਨੂੰ ਯੂਕਰੇਨ ਦੀ ਸਰਕਾਰ ਦਾ ਤਖਤਾ ਪਲਟ ਕੇ ਸੱਤਾ ਆਪਣੇ ਹੱਥਾਂ ਵਿੱਚ ਲੈ ਲੈਣੀ ਚਾਹੀਦੀ ਹੈ। ਪੁਤਨ ਨੇ ਸ਼ੁੱਕਰਵਾਰ ਦੀ ਦੇਰ ਰਾਤ UN ਸਿਕਿਉਰਿਟੀ ਕਾਉਂਸਲ ਦੇ ਪਰਮਾਨੈਂਟ ਮੈਂਬਰਾਂ ਨਾਲ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਇੱਕ ਮੀਟਿੰਗ ਕੀਤੀ ਅਤੇ ਆ ਸ਼ਨੀਚਰਵਾਰ ਦੀ ਸਵੇਰੇ ਰੂਸ ਦੇ ਖਿਲਾਫ ਨਿੰਦਾ ਪ੍ਰਸਤਾਵ ਤੇ ਵੋਟਿੰਗ ਹੋਣੀ ਹੈ। ਅਮਰੀਕਾ ਉਮੀਦ ਕਰ ਰਿਹਾ ਹੈ ਕਿ ਜ਼ਿਆਦਾਤਰ ਸਿਕਿਉਰਿਟੀ ਕਾਉਂਸਲ ਦੇ ਜਿਹੜੇ ਮੈਂਬਰ ਨੇ ਉਹ ਰੂਸ ਦੇ ਖਿਲਾਫ ਵੋਟ ਪਾਉਣਗੇ। ਤੇ ਉਧਰ ਦੂਸਰੇ ਪਾਸੇ ਯੂਕਰੇਨ ਦੇ ਰਾਸ਼ਟਰਪਤੀ ਨੇ ਸ਼ੁੱਕਰਵਾਰ ਦੇਰ ਰਾਤ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦੇ ਨਾਲ ਵੀ ਗੱਲਬਾਤ ਕੀਤੀ। ਯੂਕਰੇਨ ਦੇ ਰਾਸ਼ਟਰਪਤੀ ਨੇ ਰੂਸ ਦੇ ਖਿਲਾਫ ਅਮਰੀਕਾ ਨੂੰ ਆਖਿਆ ਕਿ ਸਖਤ ਪਾਬੰਦੀਆਂ ਹੋਰ ਲਾਈਆਂ ਜਾਣ। ਉਹਨਾਂ ਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨਾਲ ਵੀ ਗੱਲਬਾਤ ਕੀਤੀ ਅਤੇ ਆਖਿਆ ਕਿ ਰੂਸ ਅਤੇ ਯੂਕਰੇਨ ਦੇ ਵਿਚਕਾਰ ਉਹ ਗੱਲਬਾਤ ਵਾਸਤੇ ਇੱਕ ਪੁਲ ਬਣਨ, ਇੱਕ ਹਿੱਸਾ ਬਣਨ ਤੇ ਅਪੀਲ ਕੀਤੀ ਹੈ। ਤੇ ਨਾਲ ਇੱਕ ਅਫਵਾਹ ਫੈਲਾਈ ਜਾ ਰਹੀ ਸੀ ਕਿ ਯੂਕਰੇਨ ਦੇ ਰਾਸ਼ਟਰਪਤੀ ਤਾਂ ਯੂਕਰੇਨ ਨੂੰ ਛੱਡ ਕੇ ਉੱਥੋਂ ਦੌੜ ਗਏ ਨੇ ਤੇ ਜਾਨ ਬਚਾ ਲਈ ਹੈ। ਉਹਨਾਂ ਨੇ ਇੱਕ ਵੀਡੀਓ ਜਾਰੀ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਸਾਫ਼ ਕੀਤਾ ਕਿ ਯੂਕਰੇਨ ਦੀ ਹਿਫਾਜ਼ਤ ਦੇ ਵਾਸਤੇ ਆਪਣੇ ਆਖਰੀ ਸਾਹਾਂ ਤੱਕ ਮੈਂ ਲੜ ਸਕਦਾ, ਮਰ ਸਕਦਾ। ਯੂਕਰੇਨ ਦੇ ਲੋਕਾਂ ਦੇ ਵਿਚਕਾਰ ਸੀ ਹਾਂ ਤੇ ਰਹਾਂਗਾ। ਭਾਵੇਂ ਕਿ ਉਹ ਅਫਵਾਹ ਸੀ, ਪਰ ਉਹ ਯੂਕਰੇਨ ਦੇ ਵਿੱਚ ਹੀ ਲੋਕਾਂ ਦੇ ਵਿੱਚ ਨਜ਼ਰ ਆਏ ਤੇ ਇਹ ਵੀਡੀਓ ਜਾਰੀ ਕੀਤੀ। ਦੂਸਰੇ ਪਾਸੇ ਰੂਸੀ ਸਰਕਾਰ ਦੇ ਬੁਲਾਰੇ ਨੇ ਦਮਿਤਰੀ ਨੇ ਆਖਿਆ ਕਿ ਉਹਨਾਂ ਦੀ ਸਰਕਾਰ ਗੱਲਬਾਤ ਵਾਸਤੇ ਤਿਆਰ ਹੈ ਅਤੇ ਆਪਣੇ ਉਹ ਰਾਜਦੂਤ ਬੇਲਾਰੂਸ ਦੀ ਰਾਜਧਾਨੀ ਭੇਜ ਸਕਦੇ ਹੈ। ਉਹਨਾਂ ਨੇ ਇਹ ਇੱਕ ਲਿਖਤੀ ਬਿਆਨ ਜਾਰੀ ਕੀਤਾ ਤੇ ਉਹਦੇ ਤੋਂ ਪਹਿਲਾਂ ਉਹਨਾਂ ਆਖਿਆ ਕਿ ਯੂਕਰੇਨੀ ਫੌਜ ਨੂੰ ਜੇ ਇਹ ਗੱਲਬਾਤ ਉਹ ਕਰਨੀ ਚਾਹੁੰਦੇ ਹੈ ਤਾਂ ਉਹਦੇ ਤੋਂ ਪਹਿਲਾਂ ਸਾਡੀ ਸ਼ਰਤ ਹੈ ਕਿ ਯੂਕਰੇਨੀ ਫੌਜ ਸਰੈਂਡਰ ਕਰੇ।
ਇਹ ਵੀ ਦੱਸਣਾ ਬਣਦਾ ਕਿ ਰੂਸ ਅਤੇ ਯੂਕਰੇਨ ਦੇ ਚੱਲ ਰਹੇ ਇਸ ਯੁੱਧ ਦੇ ਵਿਚਕਾਰ ਹੁਣ ਤੁਸੀਂ ਦੇਖੋ ਕਿ ਕਿਹੜਾ ਕਿੱਧਰ ਹੈ ਤੇ ਕਿਹੜਾ ਕਿੱਧਰ ਹੈ। ਕਈ ਰੂਸ ਵਾਲੇ ਪਾਸੇ ਖੜ ਗਏ ਮੁਲਕ, ਕਈ ਯੂਕਰੇਨ ਵਾਲੇ ਪਾਸੇ ਖੜ ਗਏ ਆ। ਹੁਣ ਜਿਹੜੇ ਰੂਸ ਵਾਲੇ ਪਾਸੇ ਖੜੇ ਉਹਨਾਂ ਵਿੱਚ ਚੀਨ ਵੀ ਹੈ, ਉਹਨਾਂ ਵਿੱਚ ਉੱਤਰੀ ਕੋਰੀਆ ਵੀ ਹੈ, ਉਹਨਾਂ ਵਿੱਚ ਸੀਰੀਆ ਵੀ ਹੈ, ਉਹਨਾਂ ਵਿੱਚ ਵੈਨਜ਼ੂਏਲਾ ਵੀ ਹੈ, ਉਹਨਾਂ ਵਿੱਚ ਈਰਾਨ, ਪਾਕਿਸਤਾਨ, ਅਰਮੀਨੀਆ, ਕਜ਼ਾਕਿਸਤਾਨ, ਕਿਰਗਿਸਤਾਨ ਅਤੇ ਤਜ਼ਾਕਿਸਤਾਨ ਨੇ। ਤੇ ਦੂਸਰੇ ਪਾਸੇ ਯੂਕਰੇਨ ਵਾਲੇ ਪਾਸੇ ਜਿਹੜੇ ਖੜੇ ਨੇ ਉਹਨਾਂ 'ਚ ਅਮਰੀਕਾ ਹੈ, ਉਹਨਾਂ 'ਚ ਬਰਤਾਨੀਆ, ਉਹਨਾਂ 'ਚ ਜਰਮਨੀ, ਉਹਨਾਂ 'ਚ ਫਰਾਂਸ, ਉਹਨਾਂ 'ਚ ਕੈਨੇਡਾ, ਉਹਨਾਂ 'ਚ ਇਜ਼ਰਾਈਲ, ਇਟਲੀ, ਜਾਪਾਨ, ਪੋਲੈਂਡ, ਹੰਗਰੀ, ਸਾਊਥ ਕੋਰੀਆ, ਇਹ ਉਧਰਲੇ ਪਾਸੇ ਖੜੇ ਹੈ। ਪਰ ਅਮਰੀਕਾ ਦੇ ਰਾਸ਼ਟਰਪਤੀ ਨੇ ਇਹ ਬਿਲਕੁਲ ਸਾਫ਼ ਕਰ ਦਿੱਤਾ ਕਿ ਅਸੀਂ ਫੌਜ ਨਹੀਂ ਭੇਜਾਂਗੇ। ਪਰ ਹੁਣ ਯੂਕਰੇਨ ਇਸ ਵਕਤ ਮਹਿਸੂਸ ਕਰ ਰਿਹਾ ਹੈ ਕਿ ਇਸ ਯੁੱਧ ਦੀ ਸਥਿਤੀ ਦੇ ਵਿੱਚ ਉਹ ਇਕੱਲਾ ਰਹਿ ਗਿਆ। ਸ਼ਾਇਦ ਇਸ ਕਰਕੇ ਸ਼ਾਇਦ ਉਹ ਗੀਤ ਤੁਹਾਨੂੰ ਯਾਦ ਕਰਵਾ ਦਿਆਂ ਜਾਂ ਚੇਤੇ ਵੀ ਹੋਵੇ ਕਿ ਹੋਰਾਂ ਦੇ ਸਿਰਾਂ ਤੇ ਨਹੀਂ ਹੁੰਦੀਆਂ ਲੜਾਈਆਂ, ਆਪਣੇ ਡੋਲਿਆਂ 'ਚ ਜਾਨ ਚਾਹੀਦੀ ਹੈ। ਲੱਗਦਾ ਕਿ ਫਿੱਟ ਬੈਠਦਾ। ਹੁਣ ਨਜ਼ਰਾਂ ਟਿੱਕੀਆਂ ਹੋਈਆਂ ਨੇ ਯੂਕਰੇਨ ਦੀਆਂ ਵੀ, ਦੁਨੀਆ ਦੀਆਂ ਵੀ, ਭਾਰਤ ਦੇ ਉੱਤੇ ਕਿ ਭਾਰਤ ਕਿੱਧਰ ਜਾਂਦਾ ਹੈ। ਕਿਉਂਕਿ ਸਿਕਿਉਰਿਟੀ ਕੌਂਸਲ ਦੀ ਮੀਟਿੰਗ ਦੇ ਵਿੱਚ ਭਾਰਤ ਕੀ ਯੂਕਰੇਨ ਦਾ ਸਮਰਥਨ ਕਰਦਾ ਹੈ ਜਾਂ ਰੂਸ ਦਾ ਕਰਦਾ ਹੈ। ਪਰ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਨ ਨੇ ਆਖਿਆ ਕਿ ਉਹਨਾਂ ਨੂੰ ਯਕੀਨ ਹੈ ਕਿ ਭਾਰਤ ਰੂਸ ਦੇ ਹੱਕ ਵਿੱਚ ਵੋਟਿੰਗ ਕਰੂਗਾ, ਪਰ ਚੀਨ ਡਟ ਕੇ ਖੜ ਗਿਆ ਰੂਸ ਦੇ ਨਾਲ। ਹੁਣ ਵੇਖਣਾ ਕਿ ਸ਼ਨੀਚਰਵਾਰ ਦੀ ਸਵੇਰੇ ਵੋਟਿੰਗ ਹੋਣੀ ਹੈ, ਕਿਹੜਾ ਕਿੱਧਰ ਭੁਗਤਦਾ ਹੈ। ਪਰ ਸੱਚਮੁੱਚ ਖਮਿਆਜ਼ਾ ਭੁਗਤਣਾ ਪੈਣਾ ਦੁਨੀਆ ਨੂੰ। ਬਹੁਤ ਸਾਰੇ ਵੀਡੀਓ ਤੁਸੀਂ ਵੀ ਦੇਖੇ ਹੋਣਗੇ, ਫੌਜੀ ਨੇ ਜਿੰਦਾ ਸੜ ਰਹੇ ਨੇ, ਬਹੁਤ ਸਿਵਲੀਅਨ ਨੇ ਜਿਹੜੇ ਵਿਚਾਰੇ ਖੜਕਾ ਜਿਹੜਾ ਬੰਬਾਂ ਦਾ ਹੋ ਰਿਹਾ ਉਹ ਤੋਂ ਡਰ ਰਹੇ ਨੇ, ਛੋਟੇ ਛੋਟੇ ਬੱਚੇ ਡਰ ਰਹੇ ਨੇ, ਤੇ ਬਹੁਤ ਸਾਰੇ ਲੋਕ ਮੌਤ ਦੇ ਮੂੰਹ ਵਿੱਚ ਜਾ ਵੀ ਚੁੱਕੇ ਨੇ। ਤੇ ਅਗਲੀ ਖਬਰ ਪੰਜਾਬ ਵਾਲੇ ਪਾਸੋਂ ਹੈ। ਬਿਕਰਮ ਸਿੰਘ ਮਜੀਠੀਆ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇੱਕ ਤਾਕਤਵਰ ਤੇ ਕੱਦਾਵਰ ਲੀਡਰ। ਡਰੱਗ ਮਾਮਲੇ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਨੂੰ ਝਟਕਾ ਮਿਲਿਆ। ਮੋਹਾਲੀ ਦੀ ਇੱਕ ਅਦਾਲਤ ਨੇ ਉਹਨਾਂ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਹੈ। ਤੁਹਾਨੂੰ ਯਾਦ ਹੋਣਾ ਕਿ ਬੀਤੇ ਦਿਨੀ ਮਜੀਠੀਆ ਨੇ ਆਤਮ ਸਮਰਪਣ ਅਦਾਲਤ ਦੇ ਵਿੱਚ ਕੀਤਾ ਸੀ, ਜਿਸ ਤੋਂ ਬਾਅਦ ਅਦਾਲਤ ਨੇ ਉਹਨਾਂ ਨੂੰ 8 ਮਾਰਚ ਤੱਕ ਜੁਡੀਸ਼ੀਅਲ ਰਿਮਾਂਡ ਤੇ ਭੇਜਿਆ ਸੀ। ਇਹ ਮੈਂ ਤੁਹਾਨੂੰ ਯਾਦ ਕਰਵਾ ਦਿਆਂ ਕਿ ਪੰਜਾਬ ਦੇ ਵਿੱਚ 20 ਫਰਵਰੀ ਨੂੰ ਚੋਣ ਸੀ। ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਬਿਕਰਮ ਸਿੰਘ ਮਜੀਠੀਆ ਨੂੰ ਇਸ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਨੇ 23 ਫਰਵਰੀ ਤੱਕ ਉਹਨਾਂ ਦੀ ਗ੍ਰਿਫਤਾਰੀ ਤੇ ਰੋਕ ਲਗਾ ਕੇ ਰਾਹਤ ਦੇ ਦਿੱਤੀ ਸੀ। ਪਰ 24 ਫਰਵਰੀ ਨੂੰ ਉਹਨਾਂ ਨੂੰ ਆਤਮ ਸਮਰਪਣ ਕਰਨਾ ਪੈਣਾ ਸੀ। ਉਹਨਾਂ ਕੋਲੇ ਬਦਲ ਕੋਈ ਨਹੀਂ ਸੀ। ਉਹਨਾਂ ਨੇ ਆਤਮ ਸਮਰਪਣ ਕੀਤਾ। ਬਿਕਰਮ ਮਜੀਠੀਆ ਨੂੰ ਮੋਹਾਲੀ ਦੀ ਜ਼ਿਲ੍ਹਾ ਅਦਾਲਤ ਨੇ 8 ਮਾਰਚ ਤੱਕ ਜੇਲ੍ਹ ਭੇਜਿਆ ਸੀ ਤੇ ਉਹ ਪਟਿਆਲਾ ਜੇਲ੍ਹ ਦੇ ਵਿੱਚ ਨੇ। ਜਾਣਕਾਰੀ ਮਿਲੀ ਹੈ ਕਿ ਉਹਨਾਂ ਨੂੰ ਇੱਕ ਵੱਖਰੀ ਬੈਰਕ ਦੇ ਵਿੱਚ ਰੱਖਿਆ ਗਿਆ ਹੈ। ਮੈਡੀਕਲ ਬੋਰਡ ਦੀ ਟੀਮ ਨੇ ਨਿਯਮਾਂ ਦੇ ਮੁਤਾਬਕ ਬਿਕਰਮ ਸਿੰਘ ਮਜੀਠੀਆ ਦੀ ਸਿਹਤ ਦੀ ਜਾਂਚ ਕੀਤੀ, ਜਿਸ ਤੋਂ ਬਾਅਦ ਉਹਨਾਂ ਨੇ ਦੱਸਿਆ ਕਿ ਉਹ ਬਿਲਕੁਲ ਤੰਦਰੁਸਤ ਪਾਏ ਗਏ ਨੇ। ਤੇ ਕੇਂਦਰੀ ਜੇਲ੍ਹ ਪਟਿਆਲਾ ਦੇ ਜੇਲ੍ਹ ਸੁਪਰਡੈਂਟ ਨੇ ਸ਼ਿਵਰਾਜ ਸਿੰਘ ਨੰਦਗੜ੍ਹ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਬਿਕਰਮ ਸਿੰਘ ਮਜੀਠੀਆ ਦੀ ਸ਼ੁਰੂਆਤ ਜੇਲ੍ਹ ਦੇ ਨਿਯਮਾਂ ਦੇ ਮੁਤਾਬਕ ਹੋਈ। ਉਹਨਾਂ ਨੇ ਜੇਲ੍ਹ ਦੇ ਵਿੱਚ ਮਿਲਣ ਵਾਲਾ ਨਾਸ਼ਤਾ ਕੀਤਾ। ਹਾਲਾਂਕਿ ਉਹ ਕਹਿੰਦੇ ਆਪਣੀ ਮਰਜ਼ੀ ਦਾ ਜੇਲ੍ਹ ਦੇ ਵਿੱਚੋਂ ਖਾਣਾ ਬਣਵਾ ਸਕਦੇ ਸੀ, ਪਰ ਫਿਰ ਵੀ ਜੇਲ੍ਹ ਦੀ ਕੰਟੀਨ ਦੇ ਵਿੱਚ ਮੌਜੂਦ ਸਮਾਨ ਜੇਕਰ ਲੈਣਾ ਹੋਵੇ ਉਹ ਲੈ ਸਕਦੇ ਸੀ, ਪਰ ਉਹਨਾਂ ਨੇ ਕਹਿੰਦੇ ਇਸ ਤਰ੍ਹਾਂ ਦਾ ਕੀਤਾ ਨਹੀਂ। ਜੇਲ੍ਹ ਸੁਪਰਡੈਂਟ ਨੇ ਇਹ ਵੀ ਦੱਸਿਆ ਕਿ ਮਜੀਠੀਆ ਨੂੰ ਅਖਬਾਰ ਮੁਹੱਈਆ ਕਰਵਾਏ ਗਏ ਅਤੇ ਉਹਨਾਂ ਨੂੰ ਸੁਰੱਖਿਆ ਵਾਸਤੇ ਇੱਕ ਵੱਖਰੀ ਬੈਰਕ ਦੇ ਵਿੱਚ ਰੱਖਿਆ ਹੋਇਆ, ਜਿੱਥੇ ਹੋਰ ਕੈਦੀ ਉਹਨਾਂ ਦੇ ਨਾਲ ਕੋਈ ਨਹੀਂ ਹੈ। ਤੇ ਇਸ ਵੇਲੇ ਉਹਨਾਂ ਦੀ ਬੈਰਕ ਦੇ ਵਿੱਚ ਕੋਈ ਟੈਲੀਵਿਜ਼ਨ ਵਗੈਰਾ ਵੀ ਨਹੀਂ। ਪਰ ਜੇਲ੍ਹ ਸੁਪਰਡੈਂਟ ਨੇ ਆਖਿਆ ਕਿ ਜੇਕਰ ਬਿਕਰਮ ਸਿੰਘ ਮਜੀਠੀਆ ਨੇ ਮੰਗ ਕੀਤੀ ਕਿ ਉਹਨਾਂ ਨੂੰ ਟੈਲੀਵਿਜ਼ਨ ਮੁਹੱਈਆ ਕਰਵਾਇਆ ਜਾਏ ਤਾਂ ਉਹਨਾਂ ਨੂੰ ਟੈਲੀਵਿਜ਼ਨ ਵੀ ਮੁਹੱਈਆ ਕਰਵਾਇਆ ਜਾਵੇਗਾ। ਇਸੇ ਕਰਕੇ ਲੋਕ ਕਹਿੰਦੇ ਨੇ ਕਿ ਭਾਈ ਆਮ ਕੈਦੀ ਅਤੇ ਆ VIP ਕੈਦੀਆਂ ਦੇ ਵਿਚਕਾਰ ਫਰਕ ਰੱਖਿਆ ਜਾਂਦਾ ਹੈ। ਜੇ ਤੁਹਾਡੇ ਵਿੱਚੋਂ ਕੋਈ ਜੇਲ੍ਹ ਚਲਾ ਜਾਵੇ ਉਹਦੇ ਤੇ ਇਸੇ ਤਰ੍ਹਾਂ ਦਾ ਮੁਕੱਦਮਾ ਹੋਵੇ, ਕਿਉਂਕਿ ਕਾਨੂੰਨ ਤਾਂ ਸਾਰਿਆਂ ਵਾਸਤੇ ਇੱਕੋ ਹੀ ਚਾਹੀਦਾ ਹੈ, ਫਿਰ ਉਹ ਵੱਖਰਾ ਖਾਣਾ ਨਹੀਂ ਲੈ ਸਕਦੇ, ਉਹ ਆਪਣੀ ਬੈਰਕ 'ਚ ਟੈਲੀਵਿਜ਼ਨ ਨਹੀਂ ਲਗਾ ਸਕਦੇ। ਪਰ ਸ਼ਾਇਦ ਇੱਕ ਤੁਸੀਂ ਹੋ, ਇੱਕ ਤੁਹਾਡੇ ਚੁਣੇ ਹੋਏ ਲੀਡਰ ਨੇ, ਜੇਕਰ ਉਹ ਜੇਲ੍ਹ ਪਹਿਲੀ ਗੱਲ ਤਾਂ ਜਾਂਦੇ ਨਹੀਂ, ਜੇ ਚਲੇ ਜਾਣ ਤਾਂ ਉੱਥੇ ਵੀ VIP ਸਹੂਲਤਾਂ ਦਾ ਆਨੰਦ ਮਾਣ ਲੈਂਦੇ ਨੇ। ਤੇ ਦੂਸਰੇ ਪਾਸੇ ਖਬਰ ਵੀ ਜੇਲ੍ਹ ਅਤੇ ਅਦਾਲਤਾਂ ਦੇ ਨਾਲ ਤੇ ਕਾਨੂੰਨ ਦੇ ਨਾਲ ਜੁੜੀ ਹੋਈ ਹੈ। ਇਹ ਹੈ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੇ ਨਾਲ ਜੁੜੀ ਅਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਫੈਸਲੇ ਨਾਲ ਜੁੜੀ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ
ਡੇਰਾ ਮੁਖੀ ਜਿਹੜੀ ਫਰਲੋ ਵਾਲੀ ਪਟੀਸ਼ਨ ਸੀ ਉਹਦੇ ਤੇ ਆਪਣਾ ਫੈਸਲਾ ਹੁਣ ਸੁਰੱਖਿਅਤ ਰੱਖ ਲਿਆ। ਮੈਂ ਤੁਹਾਨੂੰ ਯਾਦ ਕਰਵਾ ਦਿਆਂ ਕਿ 7 ਫਰਵਰੀ ਨੂੰ ਹਰਿਆਣਾ ਸਰਕਾਰ ਨੇ ਰਾਮ ਰਹੀਮ ਨੂੰ 21 ਦਿਨ ਦੀ ਫਰਲੋ ਦੇ ਦਿੱਤੀ ਸੀ। 28 ਤਰੀਕ ਨੂੰ ਉਹਨਾਂ ਦੀ ਇਹ ਫਰਲੋ ਖਤਮ ਹੋ ਜਾਣੀ ਹੈ। ਇਹ ਫਰਲੋ ਪੰਜਾਬ ਵਿਧਾਨ ਸਭਾ ਚੋਣਾਂ ਦਾ ਮੈਦਾਨ ਜਦੋਂ ਮੁਕੰਮਲ ਤੌਰ ਤੇ ਭਖਿਆ ਹੋਇਆ ਸੀ ਉਸ ਵਕਤ ਦਿੱਤੀ ਗਈ, ਜਿਸ ਨੂੰ ਆਮ ਲੋਕ ਸਿਆਸੀ ਲਾਹਾ ਲੈਣ ਦੇ ਵਾਸਤੇ ਦਿੱਤੀ ਗਈ ਫਰਲੋ ਮੰਨਦੇ ਆ। ਦੱਸਣਾ ਬਣਦਾ ਕਿ ਇਹਦੇ ਤੋਂ ਪਹਿਲਾਂ ਇਸ ਮਾਮਲੇ ਦੀ ਸੁਣਵਾਈ ਬੀਤੇ ਬੁੱਧਵਾਰ ਨੂੰ ਹੋਈ ਸੀ। ਰਾਮ ਰਹੀਮ ਨੂੰ ਹਾਰਡਕੋਰ ਅਪਰਾਧੀ ਮੰਨਿਆ ਜਾਣਾ ਚਾਹੀਦਾ ਜਾਂ ਨਾ, ਇਸ ਮਸਲੇ ਦੇ ਉੱਤੇ ਬੀਤੇ ਬੁੱਧਵਾਰ ਨੂੰ ਹਾਈ ਕੋਰਟ ਦੇ ਵਿੱਚ ਬਹਿਸ ਹੋਈ ਸੀ। ਹਾਈ ਕੋਰਟ ਨੇ ਹਰਿਆਣਾ ਸਰਕਾਰ ਨੂੰ ਹੁਕਮ ਦਿੱਤਾ ਸੀ ਕਿ ਉਹ ਸਾਬਤ ਕਰੇ ਕਿ ਕਿਹੜਾ ਆਧਾਰ ਸੀ, ਕਿਸ ਆਧਾਰ ਤੇ ਡੇਰਾ ਮੁਖੀ ਨੂੰ ਸਖਤ ਅਪਰਾਧੀ ਨਹੀਂ ਮੰਨਿਆ ਜਾਣਾ ਚਾਹੀਦਾ। ਇਹਦੇ ਤੇ ਹਰਿਆਣਾ ਸਰਕਾਰ ਨੇ ਸ਼ੁੱਕਰਵਾਰ ਵਾਲੇ ਦਿਨ ਅਦਾਲਤ ਦੇ ਵਿੱਚ ਆਪਣਾ ਪੱਖ ਪੇਸ਼ ਕਰਨਾ ਸੀ। ਪੱਖ ਪੇਸ਼ ਕਰਨ ਵਾਸਤੇ ਆਖਿਆ ਗਿਆ ਸੀ। ਹੁਣ ਜਿਹਨੇ ਪਟੀਸ਼ਨ ਪਾਈ ਸੀ ਉਹਦੇ ਵੱਲੋਂ ਡੇਰਾ ਮੁਖੀ ਨੂੰ ਕੱਟੜ ਅਪਰਾਧੀ ਹੋਣ ਦੀ ਦਲੀਲ ਦਿੱਤੀ ਗਈ ਸੀ ਕਿ ਉਹਨੇ ਮਹਿਲਾਵਾਂ ਦਾ ਸਰੀਰਕ ਸ਼ੋਸ਼ਣ ਕੀਤਾ ਹੈ। 2 ਕਤਲ ਦੇ ਮੁਕੱਦਮਿਆਂ ਦੇ ਵਿੱਚ ਉਹ ਕਨਵਿਕਟ ਹੋ ਚੁੱਕਿਆ, ਦੋਸ਼ੀ ਗਰਦਾਨਿਆ ਜਾ ਚੁੱਕਿਆ, ਸਜ਼ਾ ਸੁਣਾਈ ਜਾ ਚੁੱਕੀ ਹੈ। ਜਦੋਂ ਕਿ ਸਰਕਾਰ ਹਰਿਆਣੇ ਦੀ ਜਿਨ੍ਹਾਂ ਨੇ ਫਰਲੋ ਦਿੱਤੀ ਆ ਉਹ ਕਹਿੰਦੇ ਨਾ, ਇਹ ਹਾਰਡਕੋਰ ਕ੍ਰਿਮੀਨਲ ਨਹੀਂ, ਉਹਨਾਂ ਨੇ ਵਿਰੋਧ ਕੀਤਾ ਸੀ। ਪਟੀਸ਼ਨ ਕਰਤਾ ਵੱਲੋਂ ਇਹ ਦਲੀਲ ਦਿੱਤੀ ਗਈ ਸੀ ਕਿ ਡੇਰਾ ਮੁਖੀ ਨੇ ਹਜੇ ਸਜ਼ਾ ਕੱਟਣੀ ਹੈ, ਉਹ ਸਜ਼ਾ ਘੱਟ ਰਿਹਾ ਹੈ, ਉਹਨੂੰ ਤਾਂ ਜਿਹੜੇ ਅਪਰਾਧ ਨੇ ਦਰਅਸਲ ਉਹਦੀ ਸਜ਼ਾ ਵੀ ਘੱਟ ਹੈ, ਇਸ ਕਰਕੇ ਉਹਨੂੰ ਗਲਤ ਤਰੀਕੇ ਨਾਲ ਫਰਲੋ ਦਿੱਤੀ ਗਈ ਹੈ ਤੇ ਨਾਲ ਉੱਪਰਲੇ ਪਾਸੇ ਚੋਣਾਂ ਨੇ ਤੇ ਇਹਦੇ ਬਾਹਰ ਆਉਣ ਨਾਲ ਮਾਹੌਲ ਖਰਾਬ ਹੋਵੇਗਾ। ਚੋਣਾਂ ਤੋਂ ਅੱਗੇ ਪਿੱਛੇ ਹੋ ਸਕਦਾ ਸੀ, ਪਰ ਹਰਿਆਣਾ ਸਰਕਾਰ ਨੇ ਆਪਣਾ ਜਵਾਬ ਦਾਇਰ ਕੀਤਾ ਕਿ ਡੇਰਾ ਮੁਖੀ ਨੂੰ ਕਤਲ ਦੀ ਸਾਜ਼ਿਸ਼ ਰਚਣ ਦੀ ਦੋਸ਼ੀ ਠਹਿਰਾਇਆ ਗਿਆ ਹੈ। ਉਹਨੂੰ ਕਤਲ ਕਰਨ ਦੀ ਸਜ਼ਾ ਨਹੀਂ ਮਿਲੀ, ਉਹਨੇ ਸਾਜ਼ਿਸ਼ ਘੜੀ ਸੀ, ਉਹਦੇ ਵਿੱਚ ਦੋਸ਼ੀ ਠਹਿਰਾਇਆ ਗਿਆ। ਇਹਨਾਂ ਮਾਮਲਿਆਂ 'ਚ ਉਸਨੂੰ ਸਹਿ ਮੁਲਾਜ਼ਮਾਂ ਨਾਲ ਸਾਜ਼ਿਸ਼ ਰਚਣ ਦਾ ਦੋਸ਼ੀ ਪਾਇਆ ਗਿਆ, ਇਸ ਕਰਕੇ ਉਹਨੂੰ ਕੱਟੜ ਅਪਰਾਧ ਦੀ ਸ਼੍ਰੇਣੀ ਵਿੱਚ ਨਹੀਂ ਰੱਖਿਆ ਜਾ ਸਕਦਾ। ਨਾਲ ਉਹ ਕਹਿੰਦੇ ਡੇਰਾ ਮੁਖੀ ਨੂੰ ਅਸੀਂ ਕਾਨੂੰਨੀ ਰਾਏ ਲੈ ਕੇ ਫੇਰ ਫਰਲੋ ਦਿੱਤੀ ਹੈ। ਦੱਸਣਾ ਬਣਦਾ ਹੈ ਕਿ ਗੁਰਮੀਤ ਰਾਮ ਰਹੀਮ ਤੇ ਸਰੀਰਕ ਸ਼ੋਸ਼ਣ ਦੇ ਮਾਮਲੇ ਵੀ ਹੈ ਅਤੇ 7 ਫਰਵਰੀ ਜਿਸ ਦਿਨ ਉਹਨੂੰ ਫਰਲੋ ਦਿੱਤੀ ਗਈ, ਕਹਿੰਦੇ ਸੀ ਕਿ 3 ਸਾਲ ਪੂਰੇ ਹੋ ਗਏ। 7 ਫਰਵਰੀ ਨੂੰ 2022 ਤੱਕ ਉਹ 6 ਸਾਲ 1 ਮਹੀਨਾ ਤੇ 9 ਦਿਨ ਦੀ ਸਜ਼ਾ ਕੱਟ ਚੁੱਕਿਆ ਸੀ। ਹੁਣ ਲੋਕਾਂ ਦਾ ਸਵਾਲ ਇਹ ਵੀ ਹੈ, ਪਟੀਸ਼ਨ ਕਰਤਾ ਦਾ ਸਵਾਲ ਇਹ ਵੀ ਹੈ ਕਿ ਜੇਕਰ 3 ਸਾਲਾਂ ਤੋਂ ਬਾਅਦ ਕਿਸੇ ਕੈਦੀ ਨੂੰ ਫਰਲੋ ਦਿੱਤੀ ਜਾ ਸਕਦੀ ਹੈ ਤਾਂ ਫਿਰ 6 ਸਾਲਾਂ ਨੂੰ ਇਹ 3 ਸਾਲ ਕਿਉਂ ਮੰਨ ਕੇ ਚੱਲਿਆ ਜਾਂਦਾ? ਚੋਣਾਂ ਤੋਂ ਪਹਿਲਾਂ ਹੀ ਫਰਲੋ ਕਿਉਂ ਦਿੱਤੀ? ਚੋਣਾਂ ਤੋਂ ਬਾਅਦ ਫਰਲੋ ਦੇ ਦਿੱਤੀ ਜਾਂਦੀ। 3 ਸਾਲ ਬਾਅਦ ਜੇ ਫਰਲੋ ਲੈਣ ਦਾ ਕੋਈ ਅਧਿਕਾਰ ਰੱਖਦਾ ਹੈ ਤਾਂ ਫਿਰ ਉਹਨੂੰ 3 ਸਾਲ ਬਾਅਦ ਫਰਲੋ ਦਿੰਦੇ। ਹੁਣ ਭਾਵੇਂ ਕੁਝ ਵੀ ਆਖੇ, ਸਰਕਾਰ ਕਹਿੰਦੀ ਹੈ ਕਿ ਹਾਰਡਕੋਰ ਕ੍ਰਿਮੀਨਲ ਨਹੀਂ। ਅਸਲ ਦੇ ਵਿੱਚ ਹਰਿਆਣਾ ਸਰਕਾਰ ਕਹਿੰਦੀ ਹੈ ਕਿ ਜਿਹੜੇ ਬੰਦੇ ਨੇ ਇਹ ਪਟੀਸ਼ਨ ਦਾਇਰ ਕੀਤੀ ਉਹ ਬੰਦਾ ਇੱਕ ਰਾਜਨੀਤਿਕ ਬੰਦਾ ਹੈ, ਉਹ ਚੋਣ ਲੜ ਰਿਹਾ ਸੀ, ਉਹਨੇ ਇਸ ਕਰਕੇ ਚੋਣਾਂ ਤੋਂ ਪਹਿਲਾਂ ਇਹ ਪਟੀਸ਼ਨ ਦਾਇਰ ਕਰ ਦਿੱਤੀ। ਪਰ ਜੇਕਰ ਹਰਿਆਣਾ ਸਰਕਾਰ ਇਹ ਦਲੀਲ ਵੀ ਦਿੰਦੀ ਹੈ ਤਾਂ ਵੀ ਦਲੀਲ ਇਹਦਾ ਮਤਲਬ ਹਰਿਆਣਾ ਸਰਕਾਰ ਦੀ ਮੰਨਣਯੋਗ ਨਹੀਂ। ਤੁਸੀਂ ਕਹਿੰਦੇ ਹੋ ਕਿ ਬੰਦਾ ਚੋਣ ਲੜ ਰਿਹਾ ਸੀ, ਤੁਸੀਂ ਵੀ ਤਾਂ ਡੇਰਾ ਮੁਖੀ ਨੂੰ ਚੋਣਾਂ ਤੋਂ ਪਹਿਲਾਂ ਹੀ ਫਰਲੋ ਦਿੱਤੀ ਹੈ। ਤੇ ਫਿਰ ਇਹ ਵੀ ਹੈ, ਇਹ ਗੱਲ ਸਾਬਤ ਹੁੰਦੀ ਹੈ ਕਿ ਡੇਰਾ ਮੁਖੀ ਨੇ ਫਰਲੋ ਦੇ ਇਵਜ਼ ਦੇ ਵਿੱਚ ਕਮਲ ਦਾ ਫੁੱਲ ਤੇ ਤੱਕੜੀ ਨੂੰ ਵੋਟ ਪਾਉਣ ਦੀ ਅਪੀਲ ਵੀ ਕੀਤੀ ਹੈ। ਸੋ ਕਿਤੇ ਨਾ ਕਿਤੇ ਲੱਗਦਾ ਹੈ ਕਿ ਅਦਾਲਤਾਂ ਦਾ ਅੱਗੇ ਇਸ ਫੈਸਲੇ ਨੂੰ ਸੁਰੱਖਿਅਤ ਰੱਖਣਾ। ਹੁਣ 27 ਤਰੀਕ ਤੱਕ ਇਹਦੀ ਸੁਣਵਾਈ ਪਾ ਦਿੱਤੀ, 28 ਨੂੰ ਉਹਦੀ ਫਰਲੋ ਵੈਸੇ ਖਤਮ ਹੋ ਜਾਣੀ ਹੈ। ਮਾਮਲਾ ਕੀ ਵਿਚਾਰਿਆ ਗਿਆ, ਕਿਉਂ ਅੱਗੇ ਪਾਇਆ ਗਿਆ, ਜਦ ਤੱਕ ਤਾਂ ਉਹਦੀ 3 ਹਫ਼ਤਿਆਂ ਦੀ ਫਰਲੋ ਖਤਮ ਹੋ ਜਾਣੀ ਹੈ। ਫੈਸਲਾ ਹੋਵੇ ਜਾਂ ਨਾ ਹੋਵੇ, ਜਦ ਤੱਕ 3 ਹਫ਼ਤੇ ਪੂਰੇ ਹੋ ਜਾਣਗੇ। ਪਰ ਅਗਲਾ ਮਸਲਾ ਵੀ ਇਸੇ ਤਰ੍ਹਾਂ ਦੇ ਇੱਕ ਅਦਾਲਤੀ ਕੇਸ ਨਾਲ ਸੰਬੰਧਿਤ ਹੈ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜਿਹੜੇ ਫਿਰ ਉਡੀਕ ਵਿੱਚ ਨੇ, ਜਿਹੜੇ ਝਾਕ ਵਿੱਚ ਨੇ ਕਿ ਸ਼ਾਇਦ ਉਹਨਾਂ ਦੀ ਪਾਰਟੀ ਨੂੰ ਫਿਰ ਬਹੁਮਤ ਮਿਲੇ ਤੇ ਉਹ ਫਿਰ ਸਰਕਾਰ ਬਣਾਉਣ ਅਤੇ 5 ਸਾਲਾਂ ਲਈ ਪੰਜਾਬ ਦੀ ਫਿਰ ਅਗਵਾਈ ਕਰਨ। ਉਹਨਾਂ ਦੀ ਸਾਲੀ ਦੇ ਮੁੰਡੇ ਭੁਪਿੰਦਰ ਸਿੰਘ ਹਨੀ ਦੀ ਜਾਣਕਾਰੀ ਮਿਲੀ ਹੈ ਕਿ ਨਿਆਇਕ ਹਿਰਾਸਤ ਦੇ ਵਿੱਚ 10 ਮਾਰਚ ਤੱਕ ਦਾ ਵਾਅਦਾ ਕਰ ਦਿੱਤਾ ਗਿਆ ਹੈ। ਹਨੀ ਨੂੰ ਜਲੰਧਰ ਦੀ ਇੱਕ ਸਪੈਸ਼ਲ ਕੋਰਟ ਦੇ ਵਿੱਚ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਪੇਸ਼ ਕੀਤਾ ਗਿਆ। ਰੇਤੇ ਦੀ ਨਜਾਇਜ਼ ਮਾਈਨਿੰਗ ਦਾ ਮਾਮਲਾ ਹੈ, ਜਿਸ ਦੇ ਵਿੱਚ ਭੁਪਿੰਦਰ ਸਿੰਘ ਹਨੀ ਨੂੰ 3 ਫਰਵਰੀ ਤੋਂ ਹਿਰਾਸਤ ਵਿੱਚ ਰੱਖਿਆ ਹੋਇਆ ਹੈ। ਇਸ ਕੇਸ ਨੂੰ ਆਧਾਰ ਬਣਾ ਕੇ ਈਡੀ ਨੇ 12 ਜਨਵਰੀ ਨੂੰ ਹਨੀ ਦੇ ਮੋਹਾਲੀ ਦੇ ਫਲੈਟ ਦੇ ਵਿੱਚ ਛਾਪੇਮਾਰੀ ਕੀਤੀ ਸੀ। ਕਈ ਹੋਰਨਾਂ ਥਾਵਾਂ ਤੇ ਵੀ ਛਾਪੇਮਾਰੀ ਹੋਈ ਸੀ। ਕਰੋੜਾਂ ਰੁਪਏ ਜ਼ਬਤ ਕੀਤੇ ਗਏ ਸੀ। ਇਹਦੇ ਨਾਲ ਹੀ 3 ਫਰਵਰੀ ਵਾਲੇ ਦਿਨ
ਈਡੀ ਦੇ ਸਾਹਮਣੇ ਪੇਸ਼ ਹੋਣ ਵਾਸਤੇ ਹਨੀ ਗਿਆ ਸੀ ਤੇ ਉੱਥੇ ਪੇਸ਼ੀ ਵਕਤ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਉਹਦੇ ਤੋਂ ਬਾਅਦ 4 ਫਰਵਰੀ ਨੂੰ ਹਨੀ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਈਡੀ ਨੇ 4 ਦਿਨ ਦਾ ਰਿਮਾਂਡ ਹਾਸਲ ਕਰ ਲਿਆ ਸੀ। 8 ਫਰਵਰੀ ਨੂੰ ਫਿਰ ਅਦਾਲਤ ਵਿੱਚ ਪੇਸ਼ ਕੀਤਾ ਗਿਆ। 3 ਦਿਨ ਦਾ ਮੁੜ ਰਿਮਾਂਡ ਹਾਸਲ ਕਰ ਲਿਆ ਗਿਆ ਸੀ। ਰਿਮਾਂਡ ਦੀ ਮਿਆਦ ਖਤਮ ਹੋਈ। ਖਤਮ ਹੋਣ ਤੋਂ ਬਾਅਦ 11 ਫਰਵਰੀ ਨੂੰ 14 ਦਿਨ ਦੀ ਨਿਆਇਕ ਹਿਰਾਸਤ ਵਿੱਚ ਹਨੀ ਭੇਜ ਦਿੱਤਾ ਗਿਆ ਸੀ। ਫਿਰ ਈਡੀ ਨੇ ਇੱਕ ਅਧਿਕਾਰਤ ਬਿਆਨ ਜਾਰੀ ਕਰਕੇ ਦੱਸਿਆ ਸੀ ਕਿ ਹਨੀ ਨੇ ਇਹ ਗੱਲ ਕਬੂਲ ਕਰ ਲਈ ਹੈ ਕਿ ਉਸ ਕੋਲੋਂ ਜਿਹੜੀ ਕਰੋੜਾਂ ਰੁਪਏ ਦੀ ਕਰੰਸੀ ਫੜੀ ਗਈ, ਉਹਨੇ ਟਰਾਂਸਫਰ ਮਾਫੀਆ ਅਤੇ ਨਜਾਇਜ਼ ਧੰਦੇ ਦੇ ਵਿੱਚੋਂ ਕਮਾਈ ਸੀ। ਈਡੀ ਵੱਲੋਂ ਛਾਪੇਮਾਰੀ ਦੌਰਾਨ ਰੇਤ ਦਾ ਗੈਰ ਕਾਨੂੰਨੀ ਧੰਦਾ, ਜਾਇਦਾਦ ਦੀ ਲੈਣ ਦੇਣ, ਮੋਬਾਈਲ ਫੋਨ, 21 ਲੱਖ ਰੁਪਏ ਤੋਂ ਵੱਧ ਦਾ ਸੋਨਾ, 12 ਲੱਖ ਰੁਪਏ ਦੀ ਰੋਲੈਕਸ ਘੜੀ ਅਤੇ ਕਰੋੜਾਂ ਦੀ ਨਕਦੀ ਦੇ ਨਾਲ ਅਪਰਾਧਿਕ ਦਸਤਾਵੇਜ਼ ਜ਼ਬਤ ਕੀਤੇ ਗਏ ਸੀ। ਮੈਂ ਇਹ ਵੀ ਯਾਦ ਕਰਵਾ ਦਿਆਂ ਕਿ ਈਡੀ ਦਾ ਇਹ ਮਾਮਲਾ ਕੋਈ ਨਵਾਂ ਮਾਮਲਾ ਨਹੀਂ ਸੀ। 2 ਸਾਲ ਪੁਰਾਣੀ ਇੱਕ FIR ਸੀ। ਉਸ FIR ਨੂੰ ਆਧਾਰ ਬਣਾ ਕੇ ਪੁਲਿਸ ਨੇ ਦਰਅਸਲ ਕਾਰਵਾਈ ਕੀਤੀ ਸੀ ਤੇ ਉਹ FIR 7 ਮਾਰਚ ਤੇ 2018 ਨੂੰ ਦਰਜ ਕੀਤੀ ਗਈ ਸੀ ਅਤੇ 10 ਤੋਂ ਵੱਧ ਮੁਲਜ਼ਮਾਂ ਦੇ ਖਿਲਾਫ ਇੱਕ ਮਾਮਲਾ ਦਰਜ ਹੋਇਆ ਸੀ। ਜਦੋਂ ਉਹਦੇ ਵਿੱਚ ਪੁੱਛਗਿੱਛ ਕੀਤੀ ਜਾ ਰਹੀ ਸੀ ਤਾਂ ਭੁਪਿੰਦਰ ਸਿੰਘ ਹਨੀ ਦਾ ਨਾਮ ਸਾਹਮਣੇ ਆ ਗਿਆ ਸੀ ਤੇ ਫਿਰ ਮਨੀ ਲਾਂਡਰਿੰਗ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ। ਬਾਅਦ ਦੇ ਵਿੱਚ ਪਤਾ ਲੱਗਿਆ ਕਿ 325 ਕਰੋੜ ਰੁਪਏ ਭੁਪਿੰਦਰ ਹਨੀ ਨੇ ਮੰਨਿਆ ਸੀ ਕਿ ਬਦਲੀਆਂ ਕਰਵਾ ਕੇ, ਅੱਗੇ ਲੋਕ ਟਰਾਂਸਪੋਰਟ ਮਾਫੀਆ ਦਾ ਜ਼ਿਕਰ ਕਰਦੇ ਹੁੰਦੇ ਸੀ, ਪਰ ਹਨੀ ਕਹਿੰਦਾ ਜੀ ਆਪਾਂ ਟਰਾਂਸਪੋਰਟ ਮਾਫੀਏ ਵਾਲੇ ਨਹੀਂ, ਆਪਾਂ ਟਰਾਂਸਫਰ ਮਾਫੀਏ ਵਾਲੇ ਹਾਂ। ਕਹਿਣ ਦਾ ਭਾਵ ਕਿ 111 ਦਿਨਾਂ ਦੇ ਕਾਰਜਕਾਲ ਦੇ ਵਿੱਚ ਇਹ ਗੱਲ ਨਿਕਲ ਕੇ ਸਾਹਮਣੇ ਆਈ ਕਿ ਭੁਪਿੰਦਰ ਹਨੀ ਬਦਲੀ ਕਿਹਨੂੰ ਕਹਿ ਕੇ ਕਰਵਾਉਂਦਾ ਹੋ। ਇਸ ਕਰਕੇ ਚਰਨਜੀਤ ਸਿੰਘ ਚੰਨੀ ਦੇ ਖਿਲਾਫ ਵੀ ਵਿਰੋਧੀ ਧਿਰਾਂ ਨੇ ਕਾਫੀ ਨਜ਼ਲਾ ਝਾੜਿਆ ਸੀ। ਚੋਣ ਹੋ ਗਈ ਹੈ, ਵੇਖੋ ਕਿ ਇਸ ਮਸਲੇ ਦਾ ਚਰਨਜੀਤ ਸਿੰਘ ਚੰਨੀ ਜਾਂ ਕਾਂਗਰਸ ਪਾਰਟੀ ਤੇ ਕੋਈ ਅਸਰ ਪਿਆ ਹੈ ਜਾਂ ਨਹੀਂ। ਇਹ 10 ਮਾਰਚ ਨੂੰ ਆਉਣ ਵਾਲੇ ਨਤੀਜੇ ਦੱਸਣਗੇ। ਅਗਲੀ ਇੱਕ ਵੱਡੀ ਖਬਰ ਹੈ, ਪੰਜਾਬੀ ਦੇ ਅਦਾਕਾਰ ਦੀਪ ਸਿੱਧੂ ਬੀਤੀ 15 ਤਰੀਕ ਨੂੰ ਇੱਕ ਸੜਕ ਹਾਦਸੇ ਦੇ ਵਿੱਚ ਜਹਾਨ ਤੋਂ ਰੁਖਸਤ ਹੋ ਗਏ ਸਨ ਤੇ ਲੋਕਾਂ ਦੇ ਵੱਲੋਂ ਵੀ, ਵੱਖ-ਵੱਖ ਆਗੂਆਂ ਦੇ ਵੱਲੋਂ ਵੀ ਇਸ ਮਾਮਲੇ ਦੀ ਵਿਸ਼ੇਸ਼ ਤੌਰ ਤੇ ਜਾਂਚ ਕੀਤੇ ਜਾਣ ਦੀ ਮੰਗ ਲਗਾਤਾਰ ਉੱਠਦੀ ਹੈ ਤੇ ਹਾਦਸੇ ਦੇ ਦੌਰਾਨ ਉਸ ਵਕਤ ਦੀਪ ਸਿੱਧੂ ਦੇ ਨਾਲ ਸਕਾਰਪੀਓ ਦੇ ਵਿੱਚ ਕੋਈ ਤੀਸਰਾ ਬੰਦਾ ਨਹੀਂ ਸੀ। ਰੀਨਾ ਰਾਏ ਸੀ, ਅਮਰੀਕਾ ਦੀ ਰਹਿਣ ਵਾਲੀ, ਕੈਲੀਫੋਰਨੀਆ ਦੀ ਰਹਿਣ ਵਾਲੀ। ਐਕਸੀਡੈਂਟ ਹੋਇਆ। ਐਕਸੀਡੈਂਟ ਤੋਂ ਬਾਅਦ ਦੀਪ ਸਿੱਧੂ ਦੀ ਤਾਂ ਮੌਤ ਦੀ ਖਬਰ ਆ ਗਈ, ਪਰ ਰੀਨਾ ਰਾਏ ਉਹ ਤਸਵੀਰ ਦੇ ਵਿੱਚੋਂ ਮੁਕੰਮਲ ਤੌਰ ਤੇ ਗਾਇਬ ਹੋ ਗਈ ਸੀ। ਪਰ ਹੁਣ ਤਕਰੀਬਨ 10 ਦਿਨਾਂ ਤੋਂ ਬਾਅਦ ਰੀਨਾ ਰਾਏ ਨੇ ਇਸ ਹਾਦਸੇ ਦੇ ਬਾਰੇ ਆਪਣਾ ਮੂੰਹ ਖੋਲ੍ਹਿਆ ਤੇ ਇਸ ਹਾਦਸੇ ਦੀ ਪੂਰੀ ਕਹਾਣੀ ਨੂੰ ਬਿਆਨ ਕੀਤਾ ਹੈ ਕਿ ਦਰਅਸਲ ਉਸ ਦਿਨ ਕੀ ਹੋਇਆ ਸੀ। ਦੀਪ ਸਿੱਧੂ ਦੀ ਪ੍ਰੇਮਿਕਾ ਰੀਨਾ ਰਾਏ, ਉਹ ਕਹਿੰਦੀ ਲੋਕਾਂ ਦੇ ਮੈਂ ਜਵਾਬ ਦੇਣਾ ਚਾਹੁੰਦੀ ਹਾਂ। ਉਹਨੇ ਇਸ ਜਵਾਬ ਦੇਣ ਲਈ ਇੰਸਟਾ ਦੇ ਉੱਤੇ ਮੁਕੰਮਲ ਤੌਰ ਤੇ ਇਹਦਾ ਵੇਰਵਾ ਦਿੱਤਾ ਹੈ। ਉਹਨਾਂ ਨੇ ਲਿਖਿਆ ਹੈ ਕਿ ਵੈਲੈਂਟਾਈਨ ਡੇ ਮਨਾਉਣ ਦੇ ਵਾਸਤੇ ਮੈਂ ਉਚੇਚੇ ਤੌਰ ਤੇ ਦਿੱਲੀ ਪਹੁੰਚੀ ਕਿਉਂਕਿ ਬੀਤੇ ਵਰੇ ਅਸੀਂ ਇਸ ਦਿਨ ਨੂੰ ਸੈਲੀਬ੍ਰੇਟ ਨਹੀਂ ਸੀ ਕਰ ਸਕੇ। ਉਹ ਕਹਿੰਦੀ ਮੇਰੇ ਵਾਸਤੇ ਉਹ ਇੱਕ ਯਾਦੂਮਈ ਦਿਨ ਸੀ ਤੇ ਉਸ ਦਿਨ ਨੂੰ ਮੈਂ ਹਮੇਸ਼ਾ ਆਪਣੇ ਦਿਲ ਦੇ ਵਿੱਚ ਸੰਭਾਲ ਕੇ ਰੱਖਾਂਗੀ। ਅਗਲੇ ਦਿਨ ਰੀਨਾ ਲਿਖਦੀ ਹੈ ਕਿ ਸਾਡਾ ਮੁੰਬਈ ਜਾਣ ਦਾ ਪ੍ਰੋਗਰਾਮ ਸੀ, ਪਰ ਉਹਦੇ ਤੋਂ ਪਹਿਲਾਂ ਅਸੀਂ ਪੰਜਾਬ ਜਾਣ ਦਾ ਫੈਸਲਾ ਕੀਤਾ। ਅਸੀਂ ਆਪਣਾ ਸਾਰਾ ਸਮਾਨ ਪੈਕ ਕੀਤਾ ਤੇ ਸਕਾਰਪੀਓ ਦੇ ਵਿੱਚ ਲੋਡ ਕਰ ਲਿਆ। ਅਸੀਂ ਬਾਹਰ ਨਿਕਲੇ। ਦੀਪ ਸਿੱਧੂ ਅਤੇ ਮੈਂ ਕੁਝ ਸਮੇਂ ਵਾਸਤੇ ਗੱਲਬਾਤ ਕਰਦੇ ਰਹੇ ਅਤੇ ਫਿਰ ਕਹਿੰਦੇ ਮੈਂ ਕੁਝ ਦਿਨ ਪਹਿਲਾਂ ਹੀ ਜਹਾਜ਼ ਦੇ ਵਿੱਚ ਅਮਰੀਕਾ ਤੋਂ ਇੰਡੀਆ ਗਈ ਸੀ। ਜੈਟ ਲੈਗ ਸੀ, ਥਕਾਵਟ ਸੀ, ਇਸ ਵਾਸਤੇ ਮੈਂ ਸੀਟ ਆਪਣੀ ਥੋੜੀ ਪਿੱਛੇ ਕੀਤੀ, ਉਹਨੂੰ ਟਿਲਟ ਕੀਤਾ, ਆਪਣੇ ਸ਼ੂ ਉਤਾਰੇ, ਜੁੱਤੀ ਉਤਾਰੀ ਅਤੇ ਮੈਂ ਸੌਂ ਗਈ। ਕਹਿੰਦੀ ਅਚਨਚੇਤ ਇੱਕ ਝਟਕਾ ਲੱਗਦਾ ਹੈ, ਮੇਰੇ ਮੂੰਹ ਦੇ ਨਾਲ ਆ ਕੇ 에ਅਰ ਬੈਗ ਟਕਰਾਉਂਦਾ ਹੈ ਤੇ ਮੇਰੀ ਬੈਕ ਦੇ ਉੱਤੇ ਡਾਢਾ ਦਰਦ ਹੋਇਆ ਜਿਵੇਂ ਅੱਗ ਲੱਗੀ ਹੋਵੇ। ਮੈਂ ਉੱਠੀ, ਮੈਂ ਸਦਮੇ ਵਿੱਚ ਸੀ। ਮੈਂ ਉਧਰਲੇ ਪਾਸੇ ਨੂੰ ਜਦੋਂ ਦੇਖਿਆ, ਦੀਪ ਸਿੱਧੂ ਬਿਲਕੁਲ ਹਿੱਲ ਨਹੀਂ ਸੀ ਰਿਹਾ। ਮੈਂ ਵਾਹਿਗੁਰੂ ਅੱਗੇ ਅਰਦਾਸ ਕੀਤੀ ਕਿ ਮੈਨੂੰ ਤਾਕਤ ਦੇ, ਮੈਂ ਦੀਪ ਸਿੱਧੂ ਦੀ ਮਦਦ ਕਰ ਸਕਾਂ। ਮੈਂ ਜ਼ੋਰ ਨਾਲ ਚੀਕੀ ਆਵਾਜ਼ ਦਿੱਤੀ, ਦੀਪ ਵੇਕ ਅਪ, ਦੀਪ ਵੇਕ ਅਪ। ਮੈਂ ਉਸ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ, ਉਹਦੇ ਮੂੰਹ ਨੂੰ, ਉਹਦੀ ਠੋਡੀ ਨੂੰ ਫੜ ਕੇ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕੀਤੀ, ਪਰ ਕਹਿੰਦੀ ਦੀਪ ਦੇ ਮੂੰਹ ਦਾ ਸੱਜਾ ਪਾਸਾ ਖੂਨ ਦੇ ਨਾਲ ਮੁਕੰਮਲ ਤੌਰ ਤੇ ਲੱਥ-ਪੱਥ ਅਤੇ ਉਹ ਬੇਹੋਸ਼, ਉਹ ਬੋਲ ਨਹੀਂ ਸੀ ਰਿਹਾ। ਮੈਂ ਮਦਦ ਲਈ ਚੀਕਣ ਲੱਗੀ, ਆਵਾਜ਼ਾਂ ਦੇਣ ਲੱਗੀ। ਫਿਰ ਇੱਕ ਰਾਹਗੀਰ ਆਇਆ, ਉਹਨੇ ਸਕਾਰਪੀਓ ਦੇ ਵਿੱਚੋਂ ਮੈਨੂੰ ਆ ਕੇ ਬਾਹਰ ਕੱਢਿਆ ਅਤੇ ਮੈਨੂੰ ਹੇਠਾਂ ਧਰਤੀ ਤੇ ਜ਼ਮੀਨ ਤੇ ਲਟਾ ਦਿੱਤਾ।
ਰੀਨਾ ਲਿਖਦੀ ਹੈ ਕਿ ਮੈਂ ਧਰਤੀ ਤੇ ਪਈ ਨੇ ਫਿਰ ਮਨਦੀਪ ਸਿੱਧੂ ਨੂੰ ਫੋਨ ਕੀਤਾ ਤੇ ਆਸ-ਪਾਸ ਦੇ ਲੋਕਾਂ ਨੂੰ ਮਦਦ ਵਾਸਤੇ ਗੁਹਾਰ ਲਾਈ। ਕਹਿੰਦੀ ਗੱਡੀ ਦਾ ਅਗਲਾ ਪਾਸਾ ਜਿੱਧਲੇ ਪਾਸੇ ਦੀਪ ਸਿੱਧੂ ਸੀ ਉਹ ਬੁਰੀ ਤਰ੍ਹਾਂ ਤਹਿਸ-ਨਹਿਸ ਹੋ ਚੁੱਕਾ ਸੀ। ਕੈਬਨ ਦੇ ਵਿੱਚ ਦੀਪ ਸਿੱਧੂ ਮੁਕੰਮਲ ਤੌਰ ਤੇ ਫਸਿਆ ਪਿਆ ਸੀ। ਕਹਿੰਦੇ ਪਹਿਲੀ ਐਂਬੂਲੈਂਸ ਆਈ, ਤਕਰੀਬਨ 30 ਮਿੰਟ ਦਾ ਸਮਾਂ ਲੱਗਿਆ ਤੇ ਮੈਨੂੰ ਉੱਥੇ ਪਾਈ ਰੱਖਿਆ ਤੇ ਅਸੀਂ ਉੱਥੇ ਠਹਿਰੇ ਤੇ ਕੁਝ ਲੋਕ ਆਏ ਤੇ ਪੈਰਾ ਮੈਡੀਕਲ ਟੀਮ ਦੀਪ ਨੂੰ ਸਕਾਰਪੀਓ ਦੇ ਵਿੱਚੋਂ ਕੱਢਣ ਦੇ ਵਿੱਚ ਕਾਮਯਾਬ ਹੋ ਗਏ। ਕਹਿੰਦੇ ਦੀਪ ਨੂੰ ਇੱਕ ਹੋਰ ਐਂਬੂਲੈਂਸ ਦੇ ਰਾਹੀਂ ਹਸਪਤਾਲ ਪਹੁੰਚਾਇਆ ਗਿਆ ਤੇ ਮੈਨੂੰ ਵੀ ਹਸਪਤਾਲ ਪਹੁੰਚਾ ਦਿੱਤਾ ਗਿਆ। ਉਹਨਾਂ ਨੇ ਇਹ ਵੀ ਲਿਖਿਆ ਕਿ ਮੈਨੂੰ ਜਿਹਨੂੰ ਮੈਂ ਪੁੱਛਦੀ ਸੀ ਕਿ ਦੀਪ ਕਿਵੇਂ ਆ, ਕਹਿੰਦੇ ਸੀ ਕਿ ਦੀਪ ਸਿੱਧੂ ਠੀਕ ਹੈ ਤੇ ਮੈਂ ਆਪਣੇ ਅਮਰੀਕਾ ਰਹਿ ਰਹੇ ਪਰਿਵਾਰ ਨੂੰ ਫੋਨ ਦੇ ਰਾਹੀਂ ਇਸ ਗੱਲ ਲਈ ਸੂਚਿਤ ਕੀਤਾ ਤੇ ਫਿਰ ਕਹਿੰਦੇ ਮੈਨੂੰ ਮੇਰੇ ਪਰਿਵਾਰ ਨੇ ਦੀਪ ਸਿੱਧੂ ਦੁਨੀਆ ਤੇ ਹੈ ਜਾਂ ਨਹੀਂ ਕੁਝ ਨਹੀਂ ਦੱਸਿਆ। ਜਿੰਨੀ ਦੇਰ ਤੱਕ ਮੇਰੇ ਪਰਿਵਾਰ ਦਾ ਜੀ ਕੋਈ ਹਸਪਤਾਲ 'ਚ ਨਹੀਂ ਆਇਆ, ਕਹਿੰਦੇ ਮੇਰੇ ਕਜ਼ਨ ਪੰਜਾਬ ਤੋਂ ਤਕਰੀਬਨ 5 ਘੰਟੇ ਬਾਅਦ ਹਸਪਤਾਲ ਦੇ ਵਿੱਚ ਪਹੁੰਚਦੇ ਆ ਤੇ ਫਿਰ ਮੈਨੂੰ ਦੱਸਿਆ ਜਾਂਦਾ ਹੈ ਕਿ ਦੀਪ ਇਸ ਦੁਨੀਆ ਵਿੱਚ ਨਹੀਂ ਰਹੇ। ਕਹਿੰਦੇ ਦੀਪ ਦੀ ਮੌਤ ਤੋਂ ਬਾਅਦ ਮੈਂ ਸਦਮੇ 'ਚ ਟੁੱਟ ਗਈ, ਮੈਂ ਅੰਦਰੋਂ ਅੰਦਰ ਹੀ ਮੁੱਕ ਗਈ। ਮੈਨੂੰ ਹਸਪਤਾਲੋਂ ਛੁੱਟੀ ਮਿਲੀ, ਪਰਿਵਾਰ ਦੇ ਕਹਿਣ ਅਨੁਸਾਰ ਮੈਂ ਅਮਰੀਕਾ ਲਈ ਉਡਾਨ ਭਰ ਦਿੱਤੀ। ਰੀਨਾ ਨੇ ਜਿਹੜੀ ਇਹ ਕਹਾਣੀ ਲਿਖੀ ਹੈ, ਇਹ ਸਟੋਰੀ ਲਿਖੀ ਹੈ, ਉਹਨੇ ਲਿਖਿਆ ਕਿ 120 ਘੰਟਿਆਂ ਦਾ ਆਪਣਾ ਪਿਆਰ, ਦਰਦ, ਦੀਪ ਦੀ ਮੌਤ ਅਤੇ ਘਰ ਵਾਪਸੀ, ਉਹਨੇ ਸਾਰਾ ਕੁਝ ਉਸ ਕਹਾਣੀ ਦੇ ਵਿੱਚ ਜ਼ਿਕਰ ਕੀਤਾ ਕਿ ਮੈਂ ਇੰਡੀਆ ਪਹੁੰਚੀ, ਪਿਆਰ ਦਾ ਦਿਨ ਵੈਲੈਂਟਾਈਨ ਡੇ ਮਨਾਇਆ, ਕਾਰ ਦਾ ਐਕਸੀਡੈਂਟ ਹੋਇਆ, ਆਪਣਾ ਪਿਆਰ ਸਦਾ ਵਾਸਤੇ ਖੋ ਲਿਆ ਅਤੇ ਵਾਪਸ ਅਮਰੀਕਾ ਪਰਤ ਆਈ। ਹੁਣ ਇੱਥੇ ਕੁਝ ਇੱਕ ਸਵਾਲ ਨੇ। ਦੱਸਣਾ ਬਣਦਾ ਹੈ ਕਿ ਦੀਪ ਸਿੱਧੂ ਦੀ ਮੌਤ ਤੋਂ ਬਾਅਦ ਰੀਨਾ ਰਾਏ ਸੱਚਮੁੱਚ ਇਸ ਤਸਵੀਰ ਦੇ ਵਿੱਚੋਂ ਅਲੋਪ। ਦੀਪ ਸਿੱਧੂ ਦੇ ਸਮਰਥਕ ਅਤੇ ਬਹੁਤ ਸਾਰੇ ਲੋਕ, ਉਹਨਾਂ ਨੂੰ ਇਹ ਸਭ ਕੁਝ ਚੰਗਾ ਨਹੀਂ ਸੀ ਲੱਗਿਆ। ਇੱਥੇ ਗੱਲ ਦੱਸਣ ਵਾਲੀ ਹੈ ਕਿ ਰੀਨਾ ਰਾਏ ਤੇ ਦੀਪ ਸਿੱਧੂ ਇਹ ਨਹੀਂ ਸੀ ਕਿ ਬਾਹਰ ਮਿਲਦੇ ਸੀ, ਕਿ ਪਰਿਵਾਰ ਨੂੰ ਪਤਾ ਨਹੀਂ ਸੀ, ਕਿਉਂਕਿ ਇਸੇ ਹੀ ਕਹਾਣੀ ਦੇ ਵਿੱਚ ਰੀਨਾ ਰਾਏ ਨੇ ਖੁਦ ਲਿਖਿਆ ਕਿ ਦੋਵੇਂ ਪਰਿਵਾਰ ਆਪਸ ਦੇ ਵਿੱਚ ਮਿਲਦੇ ਵਰਤਦੇ ਸੀ। ਉਹਨਾਂ ਨੇ ਪੋਸਟ ਦੇ ਵਿੱਚ ਲਿਖਿਆ ਕਿ ਸਾਲ 2018 ਦੇ ਵਿੱਚ ਰੰਗ ਪੰਜਾਬ ਦੀ ਫਿਲਮ ਜਦੋਂ ਬਣ ਰਹੀ ਸੀ, ਅਸੀਂ ਇੱਕ ਦੂਸਰੇ ਦੇ ਨੇੜੇ ਆਏ, ਇੱਕ ਦੂਸਰੇ ਨੂੰ ਸਮਝਿਆ। ਫਿਰ ਦੀਪ ਸਿੱਧੂ ਕੈਲੀਫੋਰਨੀਆ ਦੇ ਸ਼ਹਿਰ ਸੈਨ ਫਰਾਂਸਿਸਕੋ ਵਿੱਚ ਰੀਨਾ ਰਾਏ ਦੀ ਭੈਣ ਦੇ ਵਿਆਹ ਦੇ ਵਿੱਚ ਵੀ ਸ਼ਾਮਲ ਹੋਣ ਵਾਸਤੇ ਆਏ। ਇਹਦੇ ਨਾਲ ਰੀਨਾ ਰਾਏ ਨੇ ਇਸੇ ਵਿੱਚ ਲਿਖਿਆ ਕਿ ਦੀਪ ਸਿੱਧੂ ਦੇ ਭਰਾ ਮਨਦੀਪ ਸਿੱਧੂ ਦੇ ਘਰ ਵੀ ਉਹ ਠਹਿਰਦੀ ਸੀ, ਬੱਚਿਆਂ ਨਾਲ ਖੇਡਦੀ ਸੀ। ਇਸੇ ਪੋਸਟ ਦੇ ਵਿੱਚ ਜ਼ਿਕਰ ਹੈ। ਜੇਕਰ ਰੀਨਾ ਰਾਏ ਨੂੰ ਦੀਪ ਸਿੱਧੂ ਦਾ ਪਰਿਵਾਰ ਚੰਗੀ ਤਰ੍ਹਾਂ ਜਾਣਦਾ ਸੀ, ਪਰ ਫਿਰ ਉਹ ਸੀਨ ਦੇ ਵਿੱਚੋਂ ਅਲੋਪ ਕਿਉਂ ਹੋਈ? ਕਿਉਂਕਿ ਕੁਝ ਲੋਕ ਤਰਕ ਦਿੰਦੇ ਸੀ ਸ਼ਾਇਦ ਦੀਪ ਸਿੱਧੂ ਦੇ ਪਰਿਵਾਰ ਨੇ ਪੁੱਛਣਾ ਸੀ ਭਾਈ ਇਹ ਲੜਕੀ ਕੌਣ ਹੈ, ਪਰ ਦੀਪ ਸਿੱਧੂ ਦੇ ਪਰਿਵਾਰ ਵਾਲੇ ਵੀ ਜਾਣਦੇ ਸੀ ਤੇ ਰੀਨਾ ਰਾਏ ਦੇ ਪਰਿਵਾਰ ਵਾਲੇ ਦੀਪ ਸਿੱਧੂ ਬਾਰੇ ਵੀ ਜਾਣਦੇ ਸੀ। ਹੁਣ ਤੁਸੀਂ ਦੇਖੋ, ਜਿਹੜਾ ਗਵਾਹ ਯੂਸਫ ਹੈ, ਜਿਹੜਾ ਸਭ ਤੋਂ ਪਹਿਲਾ ਗਵਾਹ ਹੈ, ਉਹ ਕਹਿੰਦਾ ਹੈ ਕਿ ਰੀਨਾ ਰਾਏ ਦੀ ਮੈਂ ਗੱਲ ਉਹਦੇ ਪਰਿਵਾਰ ਦੇ ਨਾਲ ਕਰਵਾਈ ਹੈ। ਇੱਧਰ ਰੀਨਾ ਰਾਏ ਕਹਿੰਦੀ ਹੈ ਕਿ ਮੈਂ ਮਨਦੀਪ ਸਿੱਧੂ ਨੂੰ ਫੋਨ ਕੀਤਾ। ਆਪਸ ਦੇ ਵਿੱਚ ਬਿਆਨ ਟਕਰਾ ਰਹੇ ਨੇ। ਹੁਣ ਯੂਸਫ ਕਹਿੰਦਾ ਹੈ ਕਿ ਉਸ ਵਕਤ ਦੀਪ ਸਿੱਧੂ ਅਤੇ ਰੀਨਾ ਰਾਏ ਕਾਰ ਦੇ ਵਿੱਚ ਬੁਰੀ ਤਰ੍ਹਾਂ ਸਟਕ ਸੀ, ਮੈਂ ਕੱਢਿਆ। ਰੀਨਾ ਰਾਏ ਕਹਿੰਦੀ ਮੈਂ ਕੱਢਣ ਦੀ ਪਹਿਲਾਂ ਕੋਸ਼ਿਸ਼ ਕਰਦੀ ਰਹੀ, ਆਖਰਕਾਰ ਜਦੋਂ ਮੇਰੇ ਤੋਂ ਕੱਢਣਾ ਹੋਇਆ ਤੇ ਫਿਰ ਮੈਂ ਆਵਾਜ਼ਾਂ ਦਿੱਤੀਆਂ ਨੇ। ਹੁਣ ਕਿਤੇ ਨਾ ਕਿਤੇ ਫਿਸ਼ੀ ਤੇ ਹੈ, ਪਰ ਸੱਚਮੁੱਚ ਪਹਿਲੀ ਵਾਰੀ ਰੀਨਾ ਰਾਏ ਨੇ ਚੁੱਪ ਤੋੜੀ ਹੈ। ਇਹਦੇ ਵਿੱਚ ਕੀ ਸੱਚ ਹੈ, ਕੀ ਝੂਠ ਹੈ, ਕੀ ਮਿਸਿੰਗ ਹੈ, ਇਹ ਕੰਮ ਤਾਂ ਜਿਹੜੀਆਂ ਜਾਂਚ ਪੜਤਾਲ ਕਰ ਰਹੀਆਂ ਏਜੰਸੀਆਂ ਨੇ ਉਹਨਾਂ ਦਾ ਹੈ। ਪਰ ਲੋਕਾਂ ਨੂੰ ਇਸ ਗੱਲ ਦਾ ਗਿਲਾ ਜ਼ਰੂਰ ਹੈ ਕਿ ਜੇ ਉਹਨੇ ਸੱਚਮੁੱਚ ਪਿਆਰ ਖੋਇਆ ਹੈ, ਉਹ ਕਹਿੰਦੀ ਆ ਮੈਂ ਅੰਦਰੋਂ ਅੰਦਰੀ ਟੁੱਟ ਚੁੱਕੀ ਹਾਂ, ਮੈਂ ਅੰਦਰੋਂ ਅੰਦਰੀ ਮੁੱਕ ਚੁੱਕੀ ਹਾਂ। ਆਖਰੀ ਵਾਰ ਦਰਸ਼ਨ ਕਰਨੇ ਵੀ ਉਹਨੇ ਮੁਨਾਸਬ ਨਾ ਸਮਝੇ। ਹਾਲਾਂਕਿ ਉਹਦੀ ਪਹਿਲੀ ਪਤਨੀ ਤੇ ਧੀ ਕੱਲ ਗੁਰਦੁਆਰਾ ਸ਼੍ਰੀ ਪਤਾਲਪੁਰੀ ਸਾਹਿਬ ਕੀਰਤਪੁਰ ਦੇ ਵਿੱਚ ਉਹਦੇ ਅਸਥ ਜਲ ਪ੍ਰਵਾਹ ਕੀਤੇ ਗਏ ਨੇ, ਉਸ ਵਕਤ ਵੀ ਮੌਜੂਦ ਸੀ, ਪਰਿਵਾਰ ਦੇ ਮੈਂਬਰ ਵੀ ਮੌਜੂਦ ਸਨ। ਹਾਲਾਂਕਿ ਉਹਨੇ ਪੋਸਟ ਦੇ ਵਿੱਚ ਲਿਖਿਆ ਕਿ ਮੈਂ ਸਮੁੱਚੀ ਸੰਗਤ ਦਾ ਧੰਨਵਾਦ ਕਰਦੀ ਹਾਂ ਜਿਹੜੇ ਸੰਸਕਾਰ ਤੇ ਪਹੁੰਚੇ, ਮੈਂ ਉਹਨਾਂ ਦਾ ਵੀ ਧੰਨਵਾਦ ਕਰਦੀ ਹਾਂ ਜਿਹੜੇ ਗੁਰਦੁਆਰਾ ਸਾਹਿਬ ਫਤਿਹਗੜ੍ਹ ਸਾਹਿਬ ਦੇ ਵਿੱਚ ਜਦੋਂ ਅੰਤਮ ਅਰਦਾਸ ਅਤੇ ਭੋਗ ਹੋਈ ਉੱਥੇ ਪਹੁੰਚੇ, ਪਰ ਆਪ ਨਹੀਂ ਪਹੁੰਚੀ। ਇਹ ਲੋਕਾਂ ਦੇ ਮੂੰਹ ਦੇ ਉੱਤੇ ਸਵਾਲ ਹੈ, ਪਰ ਕਿਵੇਂ ਘਟਨਾ ਵਾਪਰੀ ਇਸ ਗੱਲ ਦੇ ਵਿੱਚੋਂ ਵੀ ਉਹ ਕੋਈ ਸੁੱਤੀ ਪਈ ਸੀ, ਮੈਨੂੰ ਪਤਾ ਨਹੀਂ ਲੱਗਿਆ। ਪਰ ਹੁਣ ਇਹ ਇੱਕ ਹੋਰ ਸਵਾਲ ਉਹਨੇ ਖੜਾ ਕਰ ਦਿੱਤਾ, ਕੀ ਸੱਚਮੁੱਚ ਰੀਨਾ ਰਾਏ ਵਾਲੇ ਪਾਸੇ ਦਾ 에ਅਰ ਬੈਗ ਖੁੱਲ੍ਹਿਆ ਜਾਂ ਨਹੀਂ? ਕਿਉਂਕਿ ਉਹਦੇ ਕਹਿਣ ਦੇ ਅਨੁਸਾਰ ਕਿ 에ਅਰ ਬੈਗ ਖੁੱਲ੍ਹ ਕੇ ਮੇਰੇ ਮੂੰਹ ਤੇ ਲੱਗਿਆ,
ਹੁਣ ਜਾਂਚ ਏਜੰਸੀਆਂ ਜਾਂਚ ਕਰ ਰਹੀਆਂ ਨੇ ਕਿ ਸੱਚਮੁੱਚ ਦੋਵੇਂ 에ਅਰ ਬੈਗ ਖੁੱਲੇ ਜਾਂ ਦੀਪ ਸਿੱਧੂ ਵਾਲੇ ਪਾਸੇ ਵਾਲਾ ਹੀ 에ਅਰ ਬੈਗ ਖੁੱਲਿਆ ਸੀ। ਪਰ ਰੀਨਾ ਰਾਏ ਦੀ ਇਸ ਸਟੋਰੀ ਵਿੱਚ ਲਿਖਿਆ ਹੋਇਆ ਆਲਰੇਡੀ, ਔਰ ਤੁਹਾਡੇ ਵਿੱਚੋਂ ਹੋ ਸਕਦਾ ਬਹੁਤੇ ਨੇ ਸਕਰੀਨਸ਼ਾਟ ਖਿੱਚ ਕੇ ਰੱਖ ਲਏ ਹੋਣ ਕਿ ਮੇਰੇ ਮੂੰਹ ਤੇ ਆ ਕੇ 에ਅਰ ਬੈਗ ਲੱਗਿਆ ਜਿਹਦੇ ਕਰਕੇ ਮੇਰੀ ਅੱਖ ਖੁੱਲੀ। ਸੋ ਦੋਸਤੋ, ਇਹ ਸੀ ਕੁੱਲ ਮਿਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ। ਉਮੀਦ ਕਰ ਰਿਹਾ ਤੁਹਾਨੂੰ ਚੰਗਾ ਲੱਗਿਆ ਹੋਵੇਗਾ। ਜੇਕਰ ਪ੍ਰੋਗਰਾਮ ਚੰਗਾ ਲੱਗਿਆ ਕਿਰਪਾ ਕਰਕੇ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ। ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਸਮਾਂ ਸਮਾਪਤ ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ।